ਜੇ ਕਾਲੇ ਕਾਨੂੰਨ ਬਣ ਗਏ ਨੇ ਗੌਰਮੈਂਟ ਤੋਂ ਤੇ ਵਾਪਸ ਲੈ ਲੈਣੇ ਚਾਹੀਦੇ ਆ। ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਤੇ ਮੋਦੀ ਸਰਕਾਰ ਨੂੰ ਇਹਦਾ ਨਿਪਟਾਰਾ ਕਰਨਾ ਚਾਹੀਦਾ ਹਮਦਰਦੀ ਦੇ ਨਾਲ। ਬਈ ਧੁੰਦ ਦੇ ਵਿੱਚ ਬੈਠ ਕੇ ਜਿਨ੍ਹਾਂ ਨੇ ਇਹ ਸਮਾਂ ਹੰਢਾਇਆ ਉਹਨਾਂ ਲਈ ਇੱਕ ਦਿਨ ਕੱਢਣਾ ਕੀ ਔਖਾ ਹੈ। ਮੈਨੂੰ ਲੱਗਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਪੂਰਾ ਚੱਕਾ ਜਾਮ ਹੋਊਗਾ, ਬੰਦ ਹੋਊਗਾ। ਤੇ ਦੀਪ ਸਿੱਧੂ ਨੂੰ ਵੀ, ਲੱਖੇ ਸਿਧਾਣੇ ਨੂੰ ਵੀ, ਇਹ ਤੋਂ ਇਲਾਵਾ ਹੋਰ ਵੀ ਜਿੰਨੇ ਸੰਘਰਸ਼ ਦੇ ਨਾਲ ਸਹਿਮਤ ਲੋਕ ਨੇ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ। ਸਰਕਾਰ ਦੀ ਚਾਲ 'ਚ ਨਹੀਂ ਹੋਣਾ ਚਾਹੀਦਾ। D5 ਚੈਨਲ ਦੇਖਣ ਵਾਲੇ ਨੂੰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਨਾਲ ਨੇ ਅੱਜ ਜਥੇਦਾਰ ਜਸਵੀਰ ਸਿੰਘ ਰੋਡੇ ਜੀ, ਜਿਹੜੇ ਸਾਬਕਾ ਜਥੇਦਾਰ ਸੀਗੇ, ਤੇ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚੱਲ ਰਿਹਾ ਜੀ, ਸ਼ਹੀਦੀਆਂ ਬਹੁਤ ਹੋ ਚੁੱਕੀਆਂ ਨੇਗੀਆਂ, ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠਣ ਨੂੰ ਬਹੁਤ ਟਾਈਮ ਹੋ ਗਿਆ, ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੂੰ? ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਸਭ ਤੋਂ ਵੱਡਾ ਪਬਲਿਕ ਦੇ ਕੋਲੇ ਹਥਿਆਰ ਹੁੰਦਾ ਹੈ ਕਿ ਅਸੀਂ ਸ਼ਾਂਤਮਈ ਸੱਤਿਆਗ੍ਰਹਿ ਕਰ ਸਕੀਏ। ਜੇ ਤੇ ਜਿਹੜੇ ਸੱਤਿਆਗ੍ਰਹੀ ਹੁੰਦੇ ਆ ਜੇ ਤਾਂ ਉਹਨਾਂ ਵਿੱਚ ਦਮ ਨਾ ਹੋਵੇ, ਉਹਨਾਂ ਦੀ ਗੱਲ 'ਚ ਕੋਈ ਬਹੁਤਾ ਵਜਨ ਨਾ ਹੋਵੇ, ਫਿਰ ਲੋਕ ਸਾਥ ਨਹੀਂ ਦਿੰਦੇ। ਜੇ ਉਹ 'ਚ ਵਜਨ ਹੋਵੇ ਤੇ ਫਿਰ ਲੋਕ ਸਾਥ ਦਿੰਦੇ ਨੇ। ਅੱਜ 4 ਮਹੀਨੇ ਪੂਰੇ ਹੋ ਗਏ। ਅੱਜ 25 ਤਰੀਕ ਹੈ, 25-26 ਤਰੀਕ ਤੋਂ ਨਵੰਬਰ ਤੋਂ ਇੱਥੇ ਲੋਕ ਤੁਰ ਪਏ ਸੀ ਇਸ ਪਾਸੇ ਨੂੰ, ਤੇ 4 ਮਹੀਨਿਆਂ ਤੋਂ ਜਿਸ ਢੰਗ ਨਾਲ ਬੈਠੇ ਨੇ ਤੇ ਸੰਗਤਾਂ ਦਾ ਸਾਥ ਹੈ, ਸਮੁੱਚੇ ਭਾਰਤ ਦੀਆਂ ਸੰਗਤਾਂ ਦਾ ਸਾਥ ਹੈ। ਭਾਵੇਂ ਵਪਾਰੀ ਹੈ, ਮੁਲਾਜ਼ਮ ਹੈ, ਮਜ਼ਦੂਰ ਹੈ, ਕਿਸਾਨ ਹੈ, ਜੋ ਵੀ ਹੈ, ਸਾਰੇ ਅਸੀਂ ਖੁਦ ਇੱਥੇ 4 ਮਹੀਨੇ ਤੋਂ ਬੈਠੇ ਹਾਂ। ਅਸੀਂ ਲੰਗਰ ਵੀ ਲਾਇਆ ਹੈ, ਅਸੀਂ ਇੱਥੇ ਮੈਡੀਕਲ ਕੈਂਪ ਵੀ ਲਾਇਆ ਹੈ। ਸਾਡੇ ਕੋਲ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਨੇ, ਉਹ ਬੜੀ ਹਮਦਰਦੀ ਰੱਖਦੇ ਇਸ ਗੱਲ ਦੇ ਨਾਲ ਵੀ ਜੇ ਕਾਲੇ ਕਾਨੂੰਨ ਬਣ ਗਏ ਨੇ ਗੌਰਮੈਂਟ ਤੋਂ ਤੇ ਵਾਪਸ ਲੈ ਲੈਣੇ ਚਾਹੀਦੇ ਆ। ਸੋ ਇਸ ਕਰਕੇ ਇਹ ਇੱਕ ਵਜਨਦਾਰ ਕਿਸਾਨਾਂ ਦਾ ਅੰਦੋਲਨ ਹੈ। ਇਹ 'ਚ ਸੱਚਾਈ ਹੋਣ ਕਰਕੇ ਕੇਵਲ ਭਾਰਤ ਹੀ ਨਹੀਂ, ਭਾਰਤ ਤੋਂ ਬਾਹਰ ਦੇ ਜਿੰਨੇ ਡੈਮੋਕ੍ਰੈਟਿਕ ਦੇਸ਼ ਨੇ, ਸਰਕਾਰਾਂ ਨੇ, ਉਹ ਵੀ ਇਹ 'ਤੇ ਸਵਾਲ ਚੁੱਕ ਰਹੀਆਂ ਨੇ ਕਿ ਇਹ ਇੱਕ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਤੇ ਮੋਦੀ ਸਰਕਾਰ ਨੂੰ ਇਹਦਾ ਨਿਪਟਾਰਾ ਕਰਨਾ ਚਾਹੀਦਾ ਹਮਦਰਦੀ ਦੇ ਨਾਲ। ਤੇ ਇੱਕ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਦੇ ਨਾਲ ਇੱਕ ਵਾਰੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪ ਨਹੀਂ ਗੱਲ ਕੀਤੀ, ਟੈਲੀਫੋਨ 'ਤੇ ਵੀ ਨਹੀਂ ਕੀਤੀ। ਆਪ ਕਰਨੀ ਚਾਹੀਦੀ। ਪਹਿਲੀ ਮੀਟਿੰਗ ਤਾਂ ਆਈ ਉਹਦੇ ਸੈਕਟਰੀ, ਫਿਰ ਉਹਨਾਂ ਦੇ ਮੰਤਰੀ ਆਉਣੇ ਸ਼ੁਰੂ ਕੀਤੇ, ਫਿਰ ਕਹਿੰਦੇ ਜੀ ਇੱਕ ਜਿਹੜਾ ਬਿੱਲ ਹੈ ਉਹ ਰੱਦ ਕਰਦੇ ਨੇ, ਫਿਰ 2 ਕਰਦੇ ਨੇ। ਇਹ ਗੱਲਾਂ ਜਿਹੜੀਆਂ ਤੀਜੇ ਨੂੰ ਕੀ ਗੱਲ ਹੈ? ਜੇ ਦੇਖੋ ਇਹ ਇੱਕ ਸੰਘਰਸ਼ ਵੀ ਪਹਿਲਾ ਹੈ ਦੁਨੀਆ ਦੇ ਵਿੱਚ, ਮੈਂ ਸਮਝਦਾ ਪਹਿਲਾ ਹੋਊਗਾ ਜਿਹਦੀ ਆਪਣੀ ਡਿਮਾਂਡ ਕੋਈ ਨਹੀਂ ਕਿ ਤੁਸੀਂ ਜੋ ਕੀਤਾ ਉਹ ਗਲਤ ਕੀਤਾ ਹੈ, ਉਹਨੂੰ ਠੀਕ ਕਰ ਲਓ। ਸਾਡੀ ਆਹੀ ਡਿਮਾਂਡ ਹੈ ਜਿਹਦੇ 'ਤੇ ਦੇਖੋ ਇੱਕ ਤਾਂ ਹੁੰਦਾ ਵੀ ਦੂਜੀਆਂ ਸਟੇਟਾਂ ਨੂੰ ਕੋਈ ਫਰਕ ਪੈਂਦਾ ਹੈ, ਦੇਸ਼ ਦੇ ਉੱਪਰ ਕੋਈ ਭਾਰ ਪੈਂਦਾ ਹੈ, ਇਹਦੇ ਜਿਹੜਾ ਹੈਗਾ ਬਾਈਟ ਦੇ ਉੱਪਰ ਕੋਈ ਵਜਨ ਪੈਂਦਾ, ਇਹ ਤਾਂ ਗੱਲ ਹੀ ਨਹੀਂ ਕੋਈ ਹੈਗੀ। ਸੋ ਇਸ ਵਾਸਤੇ ਮੈਂ ਚਾਹੂੰਗਾ ਕਿ ਜੋ ਇਹ ਸੰਘਰਸ਼ ਹੈ ਇਹ ਬੜਾ ਸੱਚਾਈ ਦੇ ਰਾਹ 'ਤੇ ਚੱਲਿਆ ਹੋਇਆ। ਇੰਨੀਆਂ ਜਾਨਾਂ ਚਲੀਆਂ ਗਈਆਂ, ਇੰਨੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਗਈਆਂ, ਤੇ ਹੁਣ ਵੀ ਹਾਲੇ ਵੀ ਸਵਿਰਤਾ ਦੇ ਨਾਲ ਕੇਂਦਰ ਸਰਕਾਰ ਨੂੰ ਇਹਦਾ ਨਿਪਟਾਰਾ ਕਰਨਾ ਚਾਹੀਦਾ। ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨੂੰ ਬੰਦ ਦਾ ਐਲਾਨ ਕੀਤਾ ਗਿਆ ਪੂਰੇ ਭਾਰਤ ਨੂੰ, ਤੁਹਾਨੂੰ ਲੱਗਦਾ ਵੀ ਪੂਰੇ ਦੇਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਹੂਰਾ ਮਿਲੂਗਾ ਇਸ ਬੰਦ ਨੂੰ? ਮੈਨੂੰ ਲੱਗਦਾ ਕਿਉਂਕਿ ਸਾਰੇ ਦੇਸ਼ ਦੇ ਵਿੱਚ ਹੁਣ ਚਰਚਾ ਹੀ ਹੈ। ਤੁਸੀਂ ਕਿਸੇ ਟ੍ਰੇਨ 'ਤੇ ਚੜ੍ਹ ਜਾਓ, ਕਿਸੇ ਹਵਾਈ ਜਹਾਜ਼ 'ਤੇ ਬੈਠ ਜਾਓ, ਕਿਸੇ ਅਦਾਲਤ ਚਲੇ ਜਾਓ, ਕਿਸੇ ਦਫ਼ਤਰ ਚਲੇ ਜਾਓ, ਕਿਸੇ ਸੱਥ 'ਚ ਬੈਠ ਜਾਓ, ਚਰਚਾ ਇਹ ਹੁੰਦੀ ਹੈ ਵੀ ਇਹ ਕਿਸਾਨ ਜਥੇਬੰਦੀਆਂ ਵੱਲੋਂ ਜੋ ਸੰਘਰਸ਼ ਰੰਭਿਆ ਗਿਆ ਇਹਦਾ ਨਿਪਟਾਰਾ ਕਦੋਂ ਹੋਊਗਾ, ਇਹ ਕਦੋਂ ਫਤਿਹ ਹੋਊਗਾ, ਇਹ ਹੱਲ ਕਦੋਂ ਹੋਊਗਾ। ਆਮ ਹੀ ਗੱਲ ਇਹ ਹਰ ਇੱਕ 'ਤੇ ਹੈ, ਭਾਵੇਂ ਕਿਸੇ ਕੋਰਟ 'ਚ ਵੀ ਚਲੇ ਜਾਊਗਾ, ਗੱਲ ਸ਼ੁਰੂ ਇੱਥੋਂ ਹੁੰਦੀ ਹੈ। ਇਸ ਕਰਕੇ ਇਹ ਦੁਨੀਆ ਦੇ ਵਿੱਚ ਚਰਚਾ ਹੈ ਕਿ ਕਿਸਾਨਾਂ ਵੱਲੋਂ ਜਿਹੜਾ ਚੱਕਿਆ ਗਿਆ ਮੁੱਦਾ ਇਹ ਵਾਜਬ ਹੈ, ਇਹ ਸਰਕਾਰ ਨੂੰ ਹੱਲ ਕਰ ਲੈਣਾ ਚਾਹੀਦਾ। ਪਹਿਲਾਂ ਵੀ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹ 'ਚ ਵੀ ਲੋਕਾਂ ਨੇ ਪੂਰਾ ਸਾਥ ਦਿੱਤਾ ਸੀ। ਤੇ ਹੁਣ ਵੀ ਮੈਨੂੰ ਲੱਗਦਾ ਭਾਵੇਂ ਵੱਡੇ ਵੱਡੇ ਟਰਾਂਸਪੋਰਟਰ ਨੇ, ਭਾਵੇਂ ਟੈਕਸੀ ਚਾਲਕ ਨੇ, ਰਿਕਸ਼ਾ ਚਾਲਕ ਨੇ, ਭਾਵੇਂ ਘਰੇਲੂ ਕੰਮਾਂ ਵਾਲੇ ਲੋਕ ਨੇ, ਆਵਾਜਾਈ ਦੇ ਸਾਧਨ ਜ਼ਰੂਰੀ ਹੁੰਦੇ ਆ, ਪਰ ਇਸ ਮੁੱਦੇ ਨੂੰ ਮੁੱਖ ਰੱਖਦਿਆਂ ਹੋਇਆਂ ਕਿ 4 ਮਹੀਨੇ ਤੋਂ ਸੜਕਾਂ 'ਤੇ ਬੈਠ ਕੇ ਸਰਦੀਆਂ ਬਰਸਾਤਾਂ ਬੜੀ ਧੁੰਦ ਦੇ ਵਿੱਚ ਬੈਠ ਕੇ ਜਿਨ੍ਹਾਂ ਨੇ ਇਹ ਸਮਾਂ ਹੰਢਾਇਆ ਉਹਨਾਂ ਲਈ ਇੱਕ ਦਿਨ ਕੱਢਣਾ ਕੀ ਔਖਾ ਹੈ। ਮੈਨੂੰ ਲੱਗਦਾ ਕਿ ਪੂਰੇ ਭਾਰਤ ਦੇ ਵਿੱਚ ਪੂਰਾ ਚੱਕਾ ਜਾਮ ਹੋਊਗਾ, ਬੰਦ ਹੋਊਗਾ। ਜਿਸ ਤਰ੍ਹਾਂ ਇਸ ਮੋਰਚੇ ਦੇ ਵਿੱਚ ਲੱਖੇ ਸਿਧਾਣੇ ਦਾ ਨਾਮ, ਦੀਪ ਸਿੱਧੂ ਦਾ ਨਾਮ ਬਹੁਤ ਚਰਚਾ ਦੇ ਵਿੱਚ ਰਿਹਾ ਹੈਗਾ। ਲੱਖੇ ਸਿਧਾਣੇ ਵੱਲੋਂ ਪਹਿਲਾਂ ਨੌਜਵਾਨਾਂ ਨੂੰ ਇੱਥੇ ਵੱਡੀ ਪੱਧਰ 'ਤੇ ਲਿਆਇਆ ਗਿਆ ਸੀ, ਉਹਦੇ ਪਿੱਛੇ ਬਹੁਤ ਨੌਜਵਾਨ ਨੇਗੇ। 26 ਜਨਵਰੀ ਦੀ ਘਟਨਾ ਤੋਂ ਬਾਅਦ ਲੱਖਾ ਸਿਧਾਣਾ ਇਸ ਅੰਦੋਲਨ ਤੋਂ ਦੂਰ ਹੋਇਆ ਹੈਗਾ ਤੇ ਹੁਣ ਸੰਯੁਕਤ ਕਿਸਾਨ ਮੋਰਚਾ ਉਹਨੂੰ ਦੁਬਾਰਾ ਲਿਆਉਣ 'ਤੇ ਲੱਗਿਆ ਹੋਇਆ। ਕਿਸਾਨ ਆਗੂਆਂ ਨਾਲ ਮੀਟਿੰਗਾਂ ਵੀ ਚੱਲ ਰਹੀਆਂ ਨੇਗੀਆਂ। ਤੁਹਾਡੀ ਕੀ ਰਾਏ ਹੈਗੀ ਵੀ ਲੱਖੇ ਸਿਧਾਣੇ ਨੂੰ ਲਿਆਉਣਾ ਚਾਹੀਦਾ ਜਾਂ ਦੀਪ ਸਿੱਧੂ ਨੂੰ ਜੀ? ਦੇਖੋ ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀ ਕੋਈ ਮੀਟਿੰਗਾਂ ਚੱਲ ਰਹੀਆਂ ਜਾਂ ਨਹੀਂ ਚੱਲ ਰਹੀਆਂ,
ਮੇਰੀ ਨਿੱਜੀ ਤੌਰ ਤੇ ਰਾਏ ਜਿਹੜੀ ਇਹੀ ਹੈ ਕਿ ਜਿਹੜੀ 26 ਤਰੀਕ ਨੂੰ ਮੈਂ ਇੱਥੇ ਸੀ 26 ਜਨਵਰੀ ਨੂੰ 26 ਜਨਵਰੀ ਨੂੰ ਜਿਹੜਾ ਕਿਸਾਨਾਂ ਨੂੰ ਰਸਤਾ ਐਲਾਨ ਕੀਤਾ ਗਿਆ ਸੀ ਵੀ ਇਹ ਰਸਤੇ ਤੇ ਜਾਣਾ ਹੈ। ਅਸੀਂ ਉੱਥੇ ਲੰਗਰ ਲਾਏ ਸੀ। ਬਹੁਤ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਲੰਗਰ ਵੀ ਲਾਏ ਸੀ। ਜਿਹੜੇ ਰਾਹ ਤੇ ਜਾਣਾ ਲੋਕਾਂ ਨੇ ਕੋਠਿਆਂ ਤੇ ਫੁੱਲ ਰੱਖੇ ਸੀ ਵੀ ਅਸੀਂ ਵਰਸਾਵਾਂਗੇ, ਪਰ ਉਸ ਰਸਤੇ ਤੇ ਪੁਲਿਸ ਨੇ ਜਾਣ ਨਹੀਂ ਦਿੱਤਾ। ਅਸੀਂ ਖੁਦ ਗਏ ਹਾਂ, ਨਹੀਂ ਜਾਣ ਦਿੱਤਾ। ਜਦੋਂ ਸਾਨੂੰ ਉਸ ਰਸਤੇ ਤੋਂ ਜਾਣ ਬੁੱਝ ਕੇ ਪੁਲਿਸ ਨੇ ਲਾਲ ਕਿਲ੍ਹੇ ਰਸਤੇ ਨੂੰ ਤੋਰਿਆ ਤੇ ਲੱਖਾਂ ਲੋਕ ਉੱਧਰ ਚਲੇ ਗਏ। ਉਹਦੇ 'ਚ ਦੀਪ ਸਿੱਧੂ ਵੀ ਚਲੇ ਗਿਆ। ਜੇ ਹੁਣ ਕਹੀਏ ਵੀ ਇਹ ਦੀਪ ਸਿੱਧੂ ਦੀ ਸਾਜ਼ਿਸ਼ ਸੀ, ਸਾਜ਼ਿਸ਼ ਤਾਂ ਸੀ ਦੀਪ ਸਿੱਧੂ ਨੇ ਕਿਹਾ ਹੋਵੇ ਵੀ ਅਸੀਂ ਲਾਲ ਕਿਲ੍ਹੇ ਜਾਣਾ। ਸੋ ਇਹ ਕੋਈ ਐਡੇ ਵੱਡੇ ਅੰਦੋਲਨ ਦੇ ਵਿੱਚ ਜਦੋਂ ਲੱਖਾਂ ਹੀ ਟਰੈਕਟਰ ਆਏ ਸੀ ਤੇ ਜਾਣ ਬੁੱਝ ਕੇ ਉਹ ਰਸਤਾ ਰੋਕ ਕੇ ਉਹਦਾ ਰਸਤਾ ਬਦਲ ਦਿੱਤਾ ਗਿਆ। ਉੱਧਰ ਨੂੰ ਲੋਕ ਤੁਰ ਗਏ। ਫਿਰ ਉੱਥੇ ਘਟਨਾ ਹੀ ਕੋਈ ਨਹੀਂ ਹੋਈ। ਜਾਂ ਤਾਂ ਹੋਵੇ ਨਾ ਕੋਈ ਬੰਦੇ ਮਰ ਗਏ ਹੋਣ, ਉੱਥੇ ਕੋਈ ਹਥਿਆਰ ਚੱਲੇ ਹੋਣ, ਹਥਿਆਰ ਫੜੇ ਗਏ ਹੋਣ, ਕੋਈ ਲੁੱਟ ਪਾਟ ਹੋਵੇ, ਦੁਕਾਨਾਂ ਲੁੱਟ ਲੀਆਂ ਹੋਣ, ਕੋਈ ਇਹੋ ਜਿਹੀ ਗੱਲ ਹੋਈ ਹੋਵੇ ਤਾਂ ਆਪਾਂ ਸਮਝੀਏ ਵੀ ਘਟਨਾ ਵਾਪਰ ਗਈ ਕੋਈ। ਬਲਕਿ ਸਾਡਾ ਇੱਕ ਸਿੰਘ ਸ਼ਹੀਦ ਹੋ ਗਿਆ, ਨਵਰੀਤ ਸਿੰਘ, ਜਿਹੜਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ। ਉਹ ਤੇ ਅੱਜ ਤੱਕ ਗੌਰਮੈਂਟ ਨੇ ਅਫਸੋਸ ਜ਼ਾਹਰ ਨਹੀਂ ਕੀਤਾ। ਤੇ ਦੀਪ ਸਿੱਧੂ ਨੂੰ ਫੜ ਲਿਆ। ਜਥੇਬੰਦੀਆਂ ਦੇ ਵਿੱਚ ਵੀ ਇਹੋ ਜਿਹੀ ਇੱਕ ਟਕਰਾਅ ਵਾਲੀ ਸਥਿਤੀ ਪੈਦਾ ਕਰ ਦਿੱਤੀ ਸਾਜ਼ਿਸ਼ਾਂ ਦੇ ਅਧੀਨ। ਸੋ ਮੈਂ ਚਾਹੂੰਗਾ ਕਿ ਦੀਪ ਸਿੱਧੂ ਨੂੰ ਵੀ, ਲੱਖੇ ਸਿਧਾਣੇ ਨੂੰ ਵੀ, ਇਹ ਤੋਂ ਇਲਾਵਾ ਹੋਰ ਵੀ ਜਿੰਨੇ ਸੰਘਰਸ਼ ਦੇ ਨਾਲ ਸਹਿਮਤ ਲੋਕ ਨੇ, ਸਭ ਨੂੰ ਇਕੱਠੇ ਹੋਣਾ ਚਾਹੀਦਾ। ਸਰਕਾਰ ਦੀ ਚਾਲ 'ਚ ਨਹੀਂ ਆਉਣਾ ਚਾਹੀਦਾ। ਸਾਨੂੰ ਇਕੱਠਿਆਂ ਹੋ ਕੇ ਅੱਗੇ ਵਧਣਾ ਚਾਹੀਦਾ। ਮੀਟਿੰਗਾਂ ਹੋ ਰਹੀਆਂ ਨਹੀਂ ਹੋ ਰਹੀਆਂ ਮੈਨੂੰ ਇਹ ਗੱਲ ਦਾ ਨਹੀਂ ਪਤਾ, ਪਰ ਮੇਰੀ ਨਿੱਜੀ ਰਾਏ ਆ ਕਿ ਸਭ ਨੂੰ ਇਕੱਠਿਆਂ ਹੋ ਕੇ ਅੱਗੇ ਵਧਣਾ ਚਾਹੀਦਾ। ਜਿੱਥੋਂ ਤੱਕ ਇਹਨਾਂ ਰੌਲਾ ਪਾਇਆ ਉੱਥੇ ਜੀ ਨਿਸ਼ਾਨ ਸਾਹਿਬ ਚਲਾਤਾ, ਖਾਲਿਸਤਾਨੀ ਝੰਡਾ ਚਲਾਤਾ। ਦੇਖੋ ਇਹ ਦੀਪ ਸਿੱਧੂ ਨੇ ਵੀ ਕਿਹਾ, ਅਸੀਂ ਸਾਰਿਆਂ ਨੇ ਵੇਖਿਆ, ਜਿਹੜਾ ਹਿੰਦੁਸਤਾਨ ਦਾ ਫਲੈਗ ਹੈ ਉਹਦੀ ਇਨਸਲਟ ਨਹੀਂ ਕੀਤੀ, ਉਹਨੂੰ ਹੱਥ ਤੱਕ ਨਹੀਂ ਲਾਇਆ ਤੇ ਉਹਦੇ ਨਾਲ ਇੱਕ ਹੋਰ ਝੰਡਾ ਲਾ ਦਿੱਤਾ। ਉਹਦੇ ਨਾਲ ਅਗਰ ਕੋਈ ਦੇਸ਼ ਦੇ ਕਾਨੂੰਨ ਦੇ ਵਿਰੁੱਧ ਕੋਈ ਘਟਨਾ ਹੋਈ ਹੈ ਤੇ ਉਹ ਕਾਰਵਾਈ ਕਰ ਲੈਣੀ ਚਾਹੀਦੀ, ਕਰ ਲੈਂਦੇ। ਪਰ ਉਹਨੂੰ ਕਹਿਣਾ ਕਿ ਇਹ ਦੇਖੋ ਜੀ ਸਾਰਾ ਉਹਨੂੰ ਦਿਖਾਉਂਦੇ ਰਹੇ ਕਿੰਨੇ ਹੀ ਘੰਟੇ ਤੇ ਉਹਦੇ ਨਾਲ ਕਿੰਨੇ ਹੀ ਜੋੜ ਦਿੱਤੇ, ਕਿੰਨੇ ਹੀ ਜੇਲ੍ਹਾਂ 'ਚ ਪਾ ਦਿੱਤੇ, ਕੋਈ ਜ਼ਮਾਨਤਾਂ ਤੇ ਆ ਰਹੇ ਆ। ਅੱਜ ਤਾਂ ਜ਼ਮਾਨਤਾਂ ਹੋ ਗਈਆਂ, ਪਰ ਜਿਹੜੇ ਕੇਸ ਚੱਲਦੇ ਆ ਉਹਦੀ ਹਲੇ ਤਰਵਾਲ ਲਟਕਦੀ, ਉਹਨਾਂ ਦੇ ਸਿਰ ਤੇ ਲਟਕਦੀ, ਕਿਵੇਂ ਭੁਗਤਣਗੇ ਉਹ? ਸਧਾਰਨ ਬੰਦੇ ਨੇ, ਪੁਲਿਸ ਨੇ ਧੱਕ ਕੇ ਤੋਰੇ ਉਧਰ ਨੂੰ ਤੇ ਆਪੇ ਕੇਸ ਪਾ ਦਿੱਤੇ। ਇਸ ਕਰਕੇ ਇਹਨਾਂ ਸਾਰੀਆਂ ਚਾਲਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਮੇਰੀ ਬਹੁਤ ਹੀ ਨਿਮਰਤਾ ਸਹਿਤ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਸਾਰੇ ਇਕੱਠੇ ਹੋਵੋ, ਭਾਵੇਂ ਉਹ ਲੱਖਾ ਸਿਧਾਣਾ ਤੇ ਭਾਵੇਂ ਉਹ ਦੀਪ ਸਿੱਧੂ ਹੈ, ਭਾਵੇਂ ਕੋਈ ਇਹਦੇ ਨਾਲ ਮਿਲਦੇ ਜੁਲਦੇ ਹੋਰ ਵੀ ਲੋਕ ਨੇ, ਸਾਨੂੰ ਸਭ ਨੂੰ ਇਕੱਠੇ ਹੋਣਾ ਚਾਹੀਦਾ। ਜਿਸ ਤਰ੍ਹਾਂ ਲੱਖਾ ਸਿਧਾਣਾ ਨੌਜਵਾਨ ਦਿਲਾਂ ਦੀ ਧੜਕਣ ਹੈਗੀ, ਤੁਹਾਨੂੰ ਲੱਗਦਾ ਵੀ ਲੱਖਾ ਸਿਧਾਣਾ ਆਉਂਦਾ ਤਾਂ ਹੋਰ ਵੀ ਨੌਜਵਾਨ ਇਸ ਅੰਦੋਲਨ ਨਾਲ ਜੁੜਨਗੇ ਜੀ? ਕੁਦਰਤੀ ਹੈ, ਕੁਝ ਨਾ ਕੁਝ ਬੰਦੇ, ਹਰ ਬੰਦਾ ਜਿਹੜਾ ਨਾ ਉਹਦੇ ਨਾਲ ਉਹਦਾ ਗਰੁੱਪ ਹੁੰਦਾ ਹੈ, ਉਹਦੇ ਨਾਲ ਕੁਝ ਨਾ ਕੁਝ ਦੁਨੀਆ ਜੁੜੀ ਹੁੰਦੀ ਹੈ। ਸੋ ਇਸ ਕਰਕੇ ਜੇ ਆਏਗਾ ਇੱਕ ਦੇ ਇੱਕ 11 ਹੋ ਜਾਂਦੇ ਆ, ਉਹਦਾ ਫਾਇਦਾ ਹੀ ਹੋਣਾ, ਨੁਕਸਾਨ ਥੋੜ੍ਹਾ ਹੋਣਾ। ਫਾਇਦਾ ਹੋਵੇਗਾ ਜੇ ਲੱਖਾ ਸਿਧਾਣਾ ਆਉਂਦਾ ਤਾਂ ਬਹੁਤ ਫਾਇਦਾ ਹੋਵੇਗਾ। ਜਿਸ ਤਰ੍ਹਾਂ 26 ਜਨਵਰੀ ਨੂੰ ਬੰਦ ਦਾ ਸੱਦਾ ਦਿੱਤਾ ਗਿਆ, ਇਸ ਤੋਂ ਅਗਲਾ ਸਟੈਪ ਕੀ ਹੈਗਾ ਕਿਸਾਨ ਜਥੇਬੰਦੀਆਂ? ਇਹ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ। ਅਸੀਂ ਤੇ ਸਹਿਯੋਗੀ ਹਾਂ। ਸਾਡੇ ਵੱਲੋਂ ਸਾਡੀ ਜਥੇਬੰਦੀ ਕਿਸਾਨ ਬਚਾਓ ਮੋਰਚਾ ਉਹਦੇ ਵਿੱਚ ਸ਼ਾਮਲ ਹੈ। ਸਲਾਹ ਮਸ਼ਵਰੇ ਅਸੀਂ ਕਰਦੇ ਰਹਿੰਦੇ ਹਾਂ, ਪਰ ਜਿਹੜਾ ਇਹ ਫੈਸਲਾ ਲੈਣਾ ਇਹ ਸੰਯੁਕਤ ਮੋਰਚੇ ਨੇ ਸਾਂਝੇ ਤੌਰ ਤੇ ਲੈਣਾ ਹੈ। ਮੈਂ ਇਕੱਲਾ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ। ਜਿਸ ਤਰ੍ਹਾਂ ਮੋਦੀ ਬਿਆਨ ਵੀ ਦੇ ਰਿਹਾ ਵੀ ਕੁਝ ਕੁ ਕਿਸਾਨ ਨੇ ਜਿਹੜੇ ਇਸ ਚੀਜ਼ ਨੂੰ ਜ਼ਿਆਦਾ ਰੌਲਾ ਪਾ ਰਹੇ ਨੇ ਤੇ ਜਿਹੜੀਆਂ ਜਿਵੇਂ ਬੰਗਾਲ ਹੈ ਇਲੈਕਸ਼ਨ ਹੋਣ ਜਾ ਰਹੇ ਨੇਗੇ ਵੀ ਉੱਥੇ ਜਾ ਕੇ ਕੁਝ ਕਿਸਾਨ ਜਾਣਬੁੱਝ ਕੇ ਹਵਾਬਾਜ਼ੀ ਕਰ ਰਹੇ ਨੇਗੇ, ਕੰਮਕਾਰ ਕੁਝ ਨਹੀਂ ਕਰ ਰਹੇ। ਮੇਰੀ ਗੱਲ ਸੁਣੋ, ਜੇ ਇੱਕ ਬਾਪ ਦੇ 6 ਪੁੱਤਰ ਹੋਣ ਤੇ ਉਹਦਾ ਇੱਕ ਪੁੱਤਰ, 2 ਪੁੱਤਰ ਕਿਸੇ ਗੱਲੋਂ ਨਾਰਾਜ਼ ਹੋਣ ਤੇ ਉਹ ਦੁਖੀ ਹੋਣ, ਉਹ ਪੰਚਾਇਤ ਕੋਲ ਵੀ ਜਾਣ ਸਾਡਾ ਬਾਪ ਧੱਕਾ ਕਰਦਾ ਹੈ, ਉਹ ਕਵੇ ਕੋਈ ਨਹੀਂ ਜੀ 4 ਪੁੱਤਰ ਤਾਂ ਮੇਰੇ ਨਾਲ ਹੀ ਹੈ ਤੇ ਇਹ ਜਿਹੜੇ 2 ਆ ਇਹ ਤਾਂ ਐਵੇਂ ਰੌਲਾ ਪਾਉਂਦੇ ਆ। ਹੁਣ ਜੇ ਉਹਦੇ ਨਾਲ ਕੋਈ ਹੈਗਾ ਵੀ ਹੈ, ਪਹਿਲੀ ਗੱਲ ਤਾਂ ਕੋਈ ਕਿਸਾਨ ਜਥੇਬੰਦੀ ਨਹੀਂ ਹੈ ਉਹਦੇ ਨਾਲ, ਕਿਉਂ? ਸਰਕਾਰ ਹੈ, ਸਰਕਾਰ ਜਿਹਨੂੰ ਮਰਜ਼ੀ ਜਥੇਬੰਦੀਆਂ ਰਾਤੇ ਰਾਤ 100 ਜਥੇਬੰਦੀ ਬਣਾ ਲੈਣ ਭਾਵੇਂ ਉਹ, ਪਰ ਇਹ ਸਾਰੀ ਡਰਾਮੇਬਾਜ਼ੀ ਆ। ਪਰ ਇਹਦੇ ਬਾਵਜੂਦ ਜਿਹੜੇ ਆ ਕਿਸਾਨ ਬੈਠੇ ਇਹ ਕਿਹਦੇ ਆ? ਇਹ ਪਾਕਿਸਤਾਨ ਦੇ ਆ, ਇਹ ਰਸ਼ੀਆ ਦੇ ਆ, ਇਹ ਵੀ ਤਾਂ ਹਿੰਦੁਸਤਾਨ ਦੇ ਆ। ਇਹਨਾਂ ਦਾ ਵੀ ਪ੍ਰਧਾਨ ਮੰਤਰੀ ਮੋਦੀ ਆ ਕਿ ਨਹੀਂ ਮੋਦੀ? ਜੇ ਉਹ ਪ੍ਰਧਾਨ ਮੰਤਰੀ ਇਹਨਾਂ ਦਾ ਵੀ ਹੈ ਤਾਂ ਫਿਰ ਇਹਨਾਂ ਦੀ ਗੱਲ ਇਹਨਾਂ ਨਾਲ ਸੁਣੇ। ਜਿਹੜੇ ਉਹਦੇ ਨਾਲ ਰਜਾਮੰਦ ਹੈਗੇ ਆ ਉਹਨਾਂ ਦੀ ਗੱਲ ਉਹਨਾਂ ਨਾਲ ਕਰ ਲਵੇ, ਇਹਨਾਂ ਦੀ ਗੱਲ ਇਹਨਾਂ ਨਾਲ ਕਰੇ। ਦੱਸੋ ਭਾਈ ਤੁਹਾਨੂੰ ਕੀ ਤਕਲੀਫ ਹੈ? ਇੱਕ ਵਾਰੀ ਤਾਂ ਸੁਣੇ, ਸੁਣ ਕੇ ਮੰਨੇ। ਫਿਰ ਮੰਨਦੇ ਕਿਉਂ ਆ ਵੀ ਹਾਂ ਅਸੀਂ 2 ਰੱਦ ਕਰ ਦਿੰਦੇ ਜੀ, ਕਾਨੂੰਨ 1 ਰੱਦ ਕਰ ਦਿੰਦੇ, 2 ਕਰ ਦਿੰਦੇ। ਫਿਰ ਜੇ ਇਹਨਾਂ 'ਚ ਦਮ ਹੈ ਨਹੀਂ ਤਾਂ ਫਿਰ ਇਹ ਗੱਲ ਕਿਉਂ ਕਰਦੇ ਆ? ਇਸ ਵਾਸਤੇ ਇਹ ਈਗੋ ਮਸਲਾ ਹੈ, ਜਿੱਦ ਨਹੀਂ ਕਰਨੀ ਚਾਹੀਦੀ। ਪ੍ਰਧਾਨ ਮੰਤਰੀ ਇੱਕ ਮਾਂ ਵਰਗਾ ਹੁੰਦਾ, ਦੇਸ਼ ਦੀ ਮਾਂ ਵਰਗਾ ਪ੍ਰਧਾਨ ਮੰਤਰੀ ਹੁੰਦਾ, ਉਹਨੂੰ ਨਹੀਂ ਜਿੱਦ ਕਰਨੀ ਚਾਹੀਦੀ। ਜੇ ਉਹ ਸਮਝਦਾ ਵੀ ਹਾਂ ਕਾਨੂੰਨ ਗਲਤ ਬਣ ਗਏ ਤੇ ਬਣ ਗਏ। ਅੱਗੇ ਕਿਹੜਾ ਕਾਨੂੰਨਾਂ ਦੇ ਵਿੱਚ ਅਮੈਂਡਮੈਂਟ ਨਹੀਂ ਹੁੰਦੀ, ਇਹ ਤਾਂ ਬਣਿਆ ਹੀ ਨਵਾਂ ਸੀ। ਬਣੇ ਹੋਏ ਜਿਹੜੇ ਦਿਹਾਕਿਆਂ ਤੋਂ ਚੱਲਦੇ ਕਾਨੂੰਨ ਆ ਉਹਦੇ ਵਿੱਚ ਵੀ ਅਮੈਂਡਮੈਂਟ ਹੋ ਜਾਂਦੀ ਹੈ।
ਸੋ ਇਸ ਕਰਕੇ ਇਹ ਕਾਨੂੰਨ ਰੱਦ ਕਰਕੇ ਕਿਸਾਨਾਂ ਦੀ ਗੱਲ ਸੁਹਿਰਤਾ ਦੇ ਨਾਲ ਸੁਣ ਲੈਣੀ ਚਾਹੀਦੀ ਹੈ। ਜਿਸ ਤਰ੍ਹਾਂ ਸਾਬਕਾ ਜਥੇਦਾਰ ਨੇ ਦੱਸਿਆ ਹੈਗਾ ਵੀ ਜਿਹੜਾ 26 ਨੂੰ ਬੰਦ ਦਾ ਹੁਲਾਰਾ ਹੈਗਾ ਉਹ ਭਰਮਾ ਹੋਵੇਗਾ, ਅਤੇ ਇਹਨਾਂ ਨੇ ਇਹ ਵੀ ਕਿਹਾ ਵੀ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਦੁਬਾਰਾ ਇਸ ਅੰਦੋਲਨ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਜੋ ਕਿ ਇਹ ਅੰਦੋਲਨ ਨੂੰ ਬਲ ਮਿਲ ਸਕੇ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸੰਜੀਵ ਲੱਕੀ, D5 ਚੈਨਲ, ਸਿੰਘੂ ਬਾਰਡਰ, ਦਿੱਲੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।